ਉਦਦ ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ। जब जे श्री गुरु शब्द बखाना तूसन होत। प्यो मरदाना निगस उजार वहर जब गए ग्राम एक तब देखत पए। वाहिगुरु जी का खालसा वाहिगुरु जी की फतेह। गुरु गरीब निवाज गुरु रूप गुरु खालसा संगत जीओ। आप जी वडभागे हो सहबां दी गोद प्राप्त हो रही है जी। मीरी पीरी दे मालिक गुरु हरगोबिंद पातशाह महाराज जी दे पावन पवित्र मुकद्दस अथानां दी हाज़री भरदे आ। संध्या वेले के दीवाना अंदर गुर इतिहास दी गाथा सरवण ਕਰਨ ਵਾਸਤੇ ਇਕੱਤਰ ਹੋਏ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਮਹਾਕਵੀ ਭਾਈ ਸੰਤੋਖ ਸਿੰਘ ਜੀ ਸੁਣਾ ਰਹੇ ਹਨ। ਆਪ ਜੀ ਸਰਵਣ ਕਰ ਰਹੇ ਸੋ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੀਆਬਾਨ ਜੰਗਲ ਦੇ ਇਲਾਕੇ ਦੇ ਵਿੱਚੋਂ ਲੰਘਣਾ ਕਰਦੇ ਹਨ। ਭਾਈ ਮਰਦਾਨਾ ਦੇਖ ਕੇ ਕਹਿੰਦਾ ਹੈ, ਮਹਾਰਾਜ ਇਹ ਬੜਾ ਭਿਆਨਕ ਜਿਹੜਾ ਹੈ ਉਹ ਜੰਗਲ ਹੈ, ਇੱਥੇ ਡਰ ਲੱਗਦਾ ਹੈ। ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਭਾਈ ਮਰਦਾਨਾ ਜੀ ਇਹ ਬੀਆਬਾਨ ਜੰਗਲ ਦੇ ਵਿੱਚ ਜੇ ਕੋਈ ਬੰਦਗੀ ਕਰੇ ਤਾਂ ਉਹ ਬੀਆਬਾਨ ਜੰਗਲ ਨਹੀਂ, ਉਹ ਰੱਬ ਦਾ ਘਰ ਬਣ ਜਾਂਦਾ ਹੈ। ਪਰ ਜਿੱਥੇ ਪ੍ਰਤੱਖ ਵਸਦੇ ਹੋਏ ਘਰਾਂ ਦੇ ਅੰਦਰ ਜੇ ਰੱਬ ਦੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਹੈ ਤੇ ਉਹ ਵਸਦੇ ਹੋਏ ਘਰ ਮੰਦਰ ਸਰਾਂ ਆਦਿਕ ਉਹ ਸਭ ਹੀ ਜਿਹੜੇ ਨੇ ਬੀਆਬਾਨ ਜੰਗਲ ਦੇ ਸਮਾਨ ਹਨ। ਇਹ ਜੰਗਲ ਨੂੰ ਟੱਪ ਕੇ ਅਗਾਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਕ ਨਗਰ ਦੇ ਵਿੱਚ ਪਹੁੰਚਣਾ ਕਰਦੇ ਹਨ। ਉਹ ਨਗਰ ਕਿਹਨਾਂ ਦਾ ਹੈ, ਉਸ ਨਗਰ ਦੇ ਵਾਸੀ ਕੀ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਉਪਦੇਸ਼ ਜਿਹੜਾ ਹੈ ਦੇ ਕਰਕੇ ਉਹਨਾਂ ਦੀ ਕਲਿਆਣਤਾ ਕਰ ਰਹੇ ਨੇ। ਆਓ ਬਾਅਦਬ ਸ਼ਰਧਾ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਤੇ ਬਣਾ ਕਰਕੇ ਸਰੀਰ ਮਨ ਦੀ ਇਕਾਗਰਤਾ ਬਣਾਉਂਦਿਆਂ ਹੋਇਆਂ ਇਹ ਪਾਵਨ ਪਵਿੱਤਰ ਜੀਵਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਸੀਂ ਸਰਵਣ ਕਰੀਏ ਜੀ। ਦਿਓ ਅਸੀਸ। ਪ੍ਰਸੰਗ ਦੀ ਸ਼ੁਰੂਆਤ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ, ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। जब जे श्री गुरु शब्द निगस उजार वेहर जब गए। सारी बोलो पंक्ति। निगस उजार वहर जब गए ग्राम एक तब देखत पए। गुर की संगत जी उस बीआबान जंगल ਨੂੰ ਲੰਘਦਿਆਂ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਬਾਹਰ ਆਉਂਦੇ ਨੇ ਜੰਗਲ ਦੇ ਵਿੱਚੋਂ ਤੇ ਇੱਕ ਜੋ ਨਗਰ ਹੈ, ਗ੍ਰਾਮ ਹੈ, ਜੋ ਪਿੰਡ ਹੈ, ਉਸ ਦੇ ਵਿੱਚ ਜਾਣਾ ਕਰਦੇ ਹਨ ਜੀ। ਸਭ ਬਚਕ ਕੇ ਘਰ ਤੇ ਮਾਹੀ। ਇਹ ਜਿਹੜਾ ਪਿੰਡ ਸੀ ਇਹ ਪਿੰਡ ਸੀ ਠੱਗਾਂ ਦਾ। ਬੰਚਕ ਕਹਿੰਦੇ ਨੇ ਠੱਗਾਂ ਨੂੰ, ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਆਪਾਂ ਧਾੜਵੀ ਵੀ ਕਹਿ ਸਕਦੇ ਹਾਂ
ਜਿਨ੍ਹਾਂ ਨੂੰ ਆਪਾਂ ਬਟਵਾਰੇ ਵੀ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਆਪਾਂ ਜਿਹੜੇ ਹਾਂ ਚੋਰ ਵੀ ਕਹਿ ਸਕਦੇ ਹਾਂ। ਇਹ ਠੱਗ ਜਿਹੜੇ ਹਨ, ਇਹ ਸਾਰੇ ਦਾ ਸਾਰਾ ਨਗਰ ਠੱਗਾਂ ਦਾ ਐਲਾਨਿਆ ਗਿਆ ਹੈ। ਭਾਵ ਇਸ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਵਸ ਰਿਹਾ ਹੈ, ਆਪਣੀ ਉਪਜੀਵਕਾ ਜਿਹੜੀ ਹੈ, ਉਹਨਾਂ ਦੀ ਉਪਜੀਵਕਾ, ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਹੈ, ਉਹ ਠੱਗੀਆਂ ਤੇ ਠੋਰੀਆਂ ਦੇ ਉੱਤੇ ਹੀ ਚੱਲਦਾ ਹੈ ਜੀ। ਮਾਰੇ ਨਰ ਤਨ ਲੇਵੇ ਤਾਹੀ। ਕੰਮ ਕੀ ਹੈ? ਆਉਂਦੇ ਜਾਂਦੇ ਮਨੁੱਖਾਂ ਨੂੰ ਜਿਹੜਾ ਹੈ ਉਹ ਠਹਿਰਨ ਵਾਸਤੇ ਜਗ੍ਹਾ ਦੇਣੀ ਹੈ, ਲੰਗਰ ਪ੍ਰਸ਼ਾਦਾ ਦੇਣਾ ਹੈ, ਸੇਵਾ ਜਿਹੜੀ ਹੈ ਉਹ ਚੰਗੀ ਕਰਨੀ ਹੈ। ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਮਾਰ ਮੁਕਾ ਕੇ ਜਾਨੋਂ ਉਹਨਾਂ ਦੀ ਧਨ ਦੌਲਤ ਸੰਪਤਾ ਜਿਹੜੀ ਹੈ ਇਹ ਖੋਹ ਲੈਂਦੇ ਸਨ ਜੀ। ਤਿੰਨ ਕੋ ਸੌ ਮਤ ਦੇਣ ਕੇ ਹੇਤਾ। ਉਹਨਾਂ ਦੀ ਇਸ ਮਾੜੀ ਬਿਰਤੀ ਨੂੰ ਦੂਰ ਕਰਨ ਵਾਸਤੇ, ਉਹਨਾਂ ਦੀ ਇਹ ਕੁਬੁੱਧ ਬੁੱਧੀ ਨੂੰ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦੂਰ ਕਰਨ ਵਾਸਤੇ ਇਸ ਨਗਰ ਦੇ ਵਿੱਚ ਜਿਹੜੇ ਨੇ ਪਹੁੰਚਣਾ ਕਰਦੇ ਹਨ ਜੀ। ਪਰ ਵਿਸੇ ਗ੍ਰਾਮੇ ਕਿਰਪਾ ਨਿਕੇਤਾ। ਤੇ ਕਿਰਪਾ ਦੇ ਨਿਕੇਤਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਨਗਰ ਦੇ ਵਿੱਚ ਹੁਣ ਜਿਹੜਾ ਹੈ ਉਹ ਜਾਣਾ ਕੀਤਾ ਹੈ ਜੀ। ਜਗਤ ਈਸ਼ਵਰ ਇੱਕ ਖੇਲ ਮਚਾਵਾ। ਜਗਤ ਦੇ ਈਸ਼ਵਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਵੀ ਇਸ ਪਿੰਡ ਨੂੰ ਜਿਹੜਾ ਹੈ ਕਲਿਆਣਤ ਕਰਨ ਵਾਸਤੇ, ਇੱਥੋਂ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਇੱਕ ਜਿਹੜਾ ਹੈ ਪਰਪੰਚ ਰਚਿਆ ਹੈ, ਇੱਕ ਜਿਹੜੀ ਹੈ ਖੇਡ ਜਿਹੜੀ ਹੈ ਰਚਨੀ ਕੀਤੀ ਹੈ ਜੀ। ਬਚਕ ਕੋ ਮਤ ਹਰ ਨਹਿ ਤਠਾਵਾ। ਇਹਨਾਂ ਠੱਗਾਂ ਦੀ ਕੁਮੱਤ ਜਿਹੜੀ ਹੈ ਦੂਰ ਕਰਨ ਵਾਸਤੇ ਹੋਰਸ ਬਰਸ ਬੈਸ ਮੈਂ ਕਰ ਦੀ। ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਆਂਦੇ ਜਦੋਂ ਅਸੀਂ ਇਸ ਨਗਰ ਦੇ ਵਿੱਚ ਪਹੁੰਚੇ ਨਾ ਗੁਰੂ ਜੀ, ਤੇ ਉਦੋਂ ਕੀ ਹੋਇਆ, ਮੈਂ ਤੇ ਨਾਲ ਸੀ, ਭਾਈ ਮਰਦਾਨਾ ਵੀ ਨਾਲ ਸੀ, ਪਰ ਇੱਕਦਮ ਇਹਨਾਂ ਨੂੰ ਜਿਹੜਾ ਹੈ ਇੱਕ ਖੇਡ ਵਿਖਾਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਮੇਰਾ ਸਰੀਰ ਹੂ ਬਹੂ ਜਿੱਦਾਂ ਦਾ ਮੈਂ ਹੈਗਾ ਸੀ ਉੱਦਾਂ ਦਾ ਸੀ, ਪਰ ਇਹਨਾਂ ਦੀ ਅੱਖਾਂ ਦੇ ਉੱਤੇ ਮੇਰੇ ਮਾਲਕ ਨੇ ਆਪਣੀ ਕਲਾ ਦੇ ਰਾਹੀਂ ਜਿਹੜਾ ਹੈ ਉਹ ਪਰਦਾ ਜਿਹੜਾ ਹੈ ਉਹ ਪਾ ਦਿੱਤਾ ਹੈ। ਤੇ ਇਹਨਾਂ ਨੂੰ ਜਿਹੜਾ ਮੇਰਾ ਸਰੂਪ ਹੈ ਉਹ ਖੋੜਸ ਬਰਸ ਬੈਸ ਮੈਂ ਕਰਦੀ। ਖੋੜਸ ਕਹਿੰਦੇ ਨੇ 16 ਨੂੰ, ਬੈਸ ਕਹਿੰਦੇ ਨੇ ਸਾਲਾਂ ਨੂੰ। ਮੇਰਾ ਸਰੀਰ ਇਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਸ ਤਰ੍ਹਾਂ ਮੈਂ ਕੋਈ 16 ਸਾਲ ਦਾ ਜਿਹੜਾ ਹੈ ਜਵਾਨ ਇਸਤਰੀ ਜਿਹੜੀ ਹੈ ਉਹ ਲੱਗਦੀ ਹੋਵਾਂ। ਬਹੁ ਸੁੰਦਰ ਭੂਖਣ ਪਟ ਜਰ ਦੀ। ਤੇ ਮੇਰਾ ਸਰੀਰ ਦੇ ਉੱਤੇ ਬੜੇ ਸੁੰਦਰ ਵਸਤਰ ਪਹਿਨੇ ਹੋਏ ਹਨ, ਮੈਂ ਉਹਦੇ ਉੱਤੇ ਵਿਭੂਖਣ ਕਹਿੰਦੇ ਨੇ ਗਹਿਣਿਆਂ ਨੂੰ, ਤੇ ਗਹਿਣਿਆਂ ਦੇ ਨਾਲ ਮੇਰਾ ਸਰੀਰ ਜਿਹੜਾ ਹੈ ਸਜਿਆ ਹੋਇਆ ਹੈ ਜੀ। ਦੋਹਰ ਜਾਬੂ ਨਦ ਕਾਟ ਨਿਜ ਸੋ ਕਰ ਪੋਸਿਚ ਸੇਤ ਬਣਾਏ। ਏਦਾਂ ਮੈਨੂੰ ਸਵਾਦ ਦਿੱਤਾ ਗੁਰੂ ਨਾਨਕ ਨੇ। ਤੇ ਦੂਜੇ ਪਾਸੇ ਆਪ ਬੇਦੀ ਕੁਲ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਬਾਜੂ ਬੰਦ ਦੇ ਉੱਤੇ ਇੱਕ ਬੜਾ ਸੁੰਦਰ ਜਿਹੜਾ ਹੈ ਗਹਿਣਾ ਪਹਿਨਿਆ ਹੈ, ਤੇ ਨਾਲ ਆਪਣੇ ਵਸਤਰ ਜਿਹੜੇ ਨੇ ਸਾਰੇ ਦੇ ਸਾਰੇ ਉਹ ਚਿੱਟਾ ਲਿਬਾਸ, ਸੀਤਾ ਕਹਿੰਦੇ ਨੇ ਚਿੱਟੇ ਨੂੰ, ਉਹ ਚਿੱਟਾ ਲਿਬਾਸ ਜਿਹੜਾ ਹੈ ਪਹਿਨਣਾ ਕਰ ਲਿਆ ਹੈ ਜੀ। ਮਰਦਾਨਾ ਨਿਜ ਡੂਮ ਹੈ ਜਨਮ ਕਲਾਵਨ ਜਾਏ। ਤੇ ਜਿਹੜਾ ਭਾਈ ਮਰਦਾਨਾ ਸੀ ਉਹਨੂੰ ਮੜਾਸੀ ਬਣਾ ਦਿੱਤਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਤੇ ਪਹਿਲਾਂ ਹੀ ਮੜਾਸੀ, ਪਰ ਉਹਦਾ ਸਵਾਂਗ ਜਿਹੜਾ ਸੀ ਉਹ ਮੜਾਸੀਆਂ ਵਾਲਾ ਬਣਾ ਦਿੱਤਾ। ਇਹ ਉਹਨਾਂ ਠੱਗਾਂ ਨੂੰ ਹੁਣ ਜਿਹੜਾ ਹੈ ਉਹ ਪ੍ਰਤੀਤ ਹੁੰਦਾ ਹੈ। ਕਹਿਣ ਲੱਗੇ ਮਰਦਾਨਾ ਨਿਜ ਡੂਮ ਹੈ ਜਨ ਮੁਕਲਾਵਨ ਜਾਏ। ਜਿਸ ਤਰ੍ਹਾਂ ਕਿਸੇ ਦਾ ਜਿਹੜਾ ਹੈ ਮੁਕਲਾਵਾ ਲੈਣ ਨਹੀਂ ਜਾਣਾ ਹੋਵੇ, ਸਾਰੀ ਵੇਸ਼ ਭੂਸ਼ਾ ਜਿਹੜੀ ਹੈ ਮੇਰੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਤੇ ਭਾਈ ਮਰਦਾਨੇ ਦੀ ਜਿਹੜੀ ਹੈ ਇਸ ਤਰ੍ਹਾਂ ਕਰ ਦਿੱਤੀ ਹੈ।
ਜੋ ਇਹਨਾਂ ਠੱਗਾਂ ਨੂੰ ਜਿਹੜਾ ਹੈ ਪਿੰਡ ਦੇ ਨਿਵਾਸੀ ਹਨ ਉਹਨਾਂ ਨੂੰ ਪ੍ਰਤੀਤ ਹੋ ਰਹੀ ਹੈ ਜੀ। ਚੌਪਾਈ ਸੋ ਬਚਕ ਦੇ ਸਦਨ ਮਝਾਰੀ। ਆਂਦੇ ਉਸ ਪਿੰਡ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਠੱਗ ਸੀ ਜੀ, ਬੈਠੇ ਜਾਏ ਮਹਾ ਅਗਹਾਰੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਨੇ ਉਸ ਦੇ ਘਰ ਦੇ ਵਿੱਚ ਜਾ ਕੇ ਬਿਰਾਜਮਾਨ ਹੁੰਦੇ ਹਨ ਜੀ। ਇੱਕ ਬਚਕ ਬਹੁ ਔਰ ਹਰ ਖਾਨਾ। ਇੱਕ ਬੰਚਕ ਬਹੁ ਹਰ ਖਾਨਾ। ਬੰਚਕ ਭਾਵ ਠੱਗ, ਜਿਹੜਾ ਵੱਡਾ ਠੱਗ ਸੀ ਨਾ ਉਸ ਪਿੰਡ ਦੇ ਵਿੱਚ ਮੰਨਿਆ ਗਿਆ। ਗੁਰੂ ਕੀ ਸੰਗਤ ਜੀ ਧਿਆਨ ਦੇਣ, ਉਹਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ, ਤੇ ਭਾਈ ਬਾਲਾ ਕਹਿੰਦਾ ਹੈ ਕਿ ਜਦੋਂ ਮੇਰਾ ਸਰੂਪ ਉਹਨੇ ਦੇਖਿਆ ਤੇ ਉਦੋਂ ਫਿਰ ਉਹ ਬੜਾ ਹਿਰਦੇ ਦੇ ਵਿੱਚ ਜਿਹੜਾ ਹੈ ਖੁਸ਼ ਹੁੰਦਾ ਹੈ ਜੀ। ਨੇਕੀ ਰੀਤ ਕੀਨ ਸਨਮਾਨਾ। ਤੇ ਕਹਿੰਦੇ ਹਨ ਕਿ ਜਦੋਂ ਇਹ ਅੰਦਰ ਆਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਨੀਕੀ ਰੀਤ ਬੜੀ ਆਓ ਭਗਤ ਕੀਤੀ ਹੈ। ਹੁਣ ਠੱਗਾਂ ਦਾ ਕੰਮ ਕੀ ਹੈ ਗੁਰੂ ਕੀ ਸੰਗਤ ਜੀ? ਠੱਗ ਜਿਹੜਾ ਹੈ ਉਹ ਮਿੱਠੋਂ ਜਿਹੜਾ ਹੈ ਜ਼ੁਬਾਨ ਤੋਂ ਹੈ, ਭਾਵ ਉਹਦਾ ਕਿਰਦਾਰ ਇਸ ਤਰ੍ਹਾਂ ਦਾ ਹੈ ਕਿ ਜ਼ੁਬਾਨ ਤੋਂ ਜਿਹੜਾ ਹੈ ਮਿੱਠਾ ਬੋਲਣਾ ਹੈ, ਪਰ ਅੰਦਰ ਜਿਹੜਾ ਹੈ ਉਹ ਛੁਰੀ ਚਲਾਉਣੀ ਹੈ। ਕੰਮ ਸੀ ਠੱਗੀ ਤੇ ਠੋੜੀ ਕਰਨਾ, ਜਿਹੜਾ ਆਉਂਦਾ ਹੈ ਉਹਦੀ ਆਓ ਭਗਤ ਇਹ ਕਰਦੇ ਹਨ। ਅੱਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਪੁੱਜੇ ਹਨ, ਇਹਨਾਂ ਨੂੰ ਵੀ ਬੜੀ ਨੀਕੀ ਆਓ ਭਗਤ ਕੀਤੀ ਹੈ। ਕਹਿਣ ਲੱਗੇ ਆਓ ਮਹਾਂਪੁਰਸ਼ੋ ਬੈਠੋ, ਇਹ ਤੁਹਾਡਾ ਆਪਣਾ ਘਰ ਹੈ, ਅਸੀਂ ਤੁਹਾਨੂੰ ਜਿਹੜਾ ਹੈ ਜੀ ਆਇਆਂ ਕਹਿੰਦੇ ਹਾਂ ਜੀ। ਆਵੋ ਜੀ ਘਰੇ ਕਰ ਡੇਰਾ। ਆਂਦੇ ਆਓ ਬੜੇ ਪਿਆਰ ਤੇ ਸਨਮਾਨ ਦੇ ਨਾਲ ਆਓ ਭਗਤ ਕਰਦੇ ਹਾਂ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬਿਠਾਉਣਾ ਕੀਤਾ ਹੈ ਜੀ। ਆਸੀ ਬੇਦ ਸ਼ਰਮ ਕਰੋ ਸੋ ਤੇਰਾ। ਕਹਿਣ ਲੱਗੇ ਤੁਸੀਂ ਥੱਕ ਕੇ ਆਏ ਹੋ, ਫਿਰ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਠੱਗ ਕਹਿੰਦਾ ਹੈ। ਕਹਿੰਦਾ ਪਾਤਸ਼ਾਹ ਤੁਸੀਂ ਰਸਤੇ ਬਗਾਹੇ ਚੱਲ ਕੇ ਆਏ ਹੋ, ਥੱਕੇ ਹੋਵੋਗੇ, ਸਰੀਰ ਜਿਹੜਾ ਹੈ ਥਕਾਵਟ ਮਹਿਸੂਸ ਕਰਦਾ ਪਿਆ, ਆਓ ਆ ਤੁਹਾਡੇ ਲਈ ਚਾਰਪਾਈ ਲਾਈ ਹੈ, ਸੋਹਣਾ ਗਦੇਲਾ ਵਿਛਾਇਆ ਹੈ, ਤੁਸੀਂ ਇੱਥੇ ਹੁਣ ਜਿਹੜਾ ਹੈ ਨਾ ਬੈਠ ਕਰਕੇ ਘੜੀ ਜਿਹੜਾ ਹੈ ਪਲ ਵਿਸ਼ਰਾਮ ਕਰ ਲਓ। ਅਸੀਂ ਤਾਂ ਹੈ ਹੀ ਤੁਹਾਡੀ ਸੇਵਾ ਵਾਸਤੇ, ਸਾਡਾ ਤੇ ਕੰਮ ਹੀ ਇਹ ਹੈ ਕਿ ਆਏ ਗਏ ਦੀ ਆਓ ਭਗਤ ਕਰਨੀ, ਉਹਨੂੰ ਜੀ ਆਇਆਂ ਕਹਿਣਾ। ਇਸ ਤਰ੍ਹਾਂ ਬੜੀਆਂ ਮਿੱਠੀਆਂ ਲੱਲਾ ਪੋਚੀ ਵਾਲੀਆਂ ਗੱਲਾਂ ਗੁਰੂ ਕੀ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਨੂੰ ਇਹ ਠੱਗ ਜਿਹੜਾ ਕਹਿ ਰਿਹਾ ਹੈ ਜੀ। ਜੋ ਕਸ ਕਹੋ ਸੋ ਸੇਵਾ ਕਰਹੁ। ਕਹਿੰਦਾ ਮਹਾਰਾਜ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ, ਜੋ ਤੁਸੀਂ ਕਹੋਗੇ ਉਹੀ ਆਪਾਂ ਜਿਹੜਾ ਹੈ ਤੁਹਾਡੀ ਸੇਵਾ ਦੇ ਵਿੱਚ ਉਹੀ ਕੁਛ ਜਿਹੜਾ ਹੈ। ਤੁਸੀਂ ਪਾਣੀ ਮੰਗੋ ਪਾਣੀ ਆਵੇਗਾ, ਤੁਸੀਂ ਚਾਹ ਮੰਗੋ ਚਾਹ ਆਵੇਗੀ, ਤੁਸੀਂ ਜੋ ਖਾਣ ਨੂੰ ਕਹੋਗੇ ਉਹ ਤੁਹਾਡੇ ਕੋਲ ਆ ਜਾਵੇਗਾ। ਇਹੀ ਤੇ ਬਿਰਤੀ ਜਿਹੜੀ ਅੱਜ ਵੀ ਸੰਸਾਰ ਦੇ ਉੱਤੇ ਕਈ ਵਾਰ ਵੇਖਣ ਨੂੰ ਮਿਲ ਜਾਂਦੀ ਹੈ। ਇਸ ਤਰ੍ਹਾਂ ਬੜੀ ਜਿਹੜੀ ਹੈ ਲੱਲੋ ਪੋਚੋ ਵਾਲੀਆਂ ਗੱਲਾਂ, ਬੜੀਆਂ ਮਿੱਠੀਆਂ ਤੇ ਪਿਆਰ ਭਰੀਆਂ ਬਾਤਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਜਿਹੜਾ ਆਪਣੇ ਕਲਾਵੇ ਦੇ ਵਿੱਚ ਲੈ ਰਿਹਾ ਹੈ ਜੀ। ਪਾਵੋ ਚਾਪ ਸ਼ਰਮ ਮੰਕ ਕਾ ਹਾਰ ਹੋ। ਇਹ ਮਾਲਕ ਤੁਹਾਡੀ ਮੈਂ ਹੁਣ ਮੁੱਠੀ ਚਾਪੀ ਵੀ ਕਰਾਂਗਾ, ਤੁਸੀਂ ਥੱਕ ਕੇ ਆਏ ਹੋ, ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਜੋ ਤੁਹਾਨੂੰ ਚਾਹੀਦਾ ਹੈ ਤੁਸੀਂ ਛਕੋ, ਤੇ ਜਦੋਂ ਹੁਣ ਤੁਸੀਂ ਸੌਣਾ ਹੈ ਨਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਹੈ ਮੁੱਠੀ ਚਾਪੀ ਕਰਾਂਗਾ, ਤੁਹਾਡੀਆਂ ਲੱਤਾਂ ਜਿਹੜੀਆਂ ਨੇ ਉਹ ਮੈਂ ਘੁਟਣਾ ਕਰਾਂਗਾ ਜੀ। ਸਵਹੀਆ ਤਾਕੇ ਨਕੇਤ ਰਹੇ ਪ੍ਰਭ ਜੀ ਮਿਲ ਬਚਕ ਆਵਤ ਪੇ ਸਮੁਦਾਈ। ਉਸ ਸਮੇਂ ਇਹਦੀਆਂ ਗੱਲਾਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੇ ਕਲਾ ਜਿਹੜੀ ਹੈ ਉਹਨਾਂ ਨੇ ਵਰਤਾ ਦਿੱਤੀ ਹੈ। ਪਹਿਲਾਂ ਇਹਨਾਂ ਨੂੰ ਹੁਣ ਇਹ ਭਰਮ ਤੇ ਭੁਲੇਖਾ ਹੈ ਕਿ ਇਹਨਾਂ ਦੇ ਕੋਲ ਬੜਾ ਧਨ ਹੈ, ਇਹਨਾਂ ਕੋਲ ਬੜੀ ਦੌਲਤ ਹੈ, ਕਿਉਂਕਿ ਭਾਈ ਬਾਲੇ ਦਾ ਸਰੂਪ ਜਿਹੜਾ ਹੈ ਬਣਾਇਆ ਇੱਦਾਂ ਦਾ ਹੈ। ਉਹਨੂੰ ਹੀਰੇ ਜਵਾਹਰਾਤ ਪਹਿਨ ਦਿੱਤੇ ਨੇ, ਸੋਹਣੇ ਕੱਪੜੇ ਪਹਿਨਾ ਦਿੱਤੇ ਨੇ, ਭਾਈ ਮਰਦਾਨਾ ਨਾਲ ਡੂਬ ਬਣਿਆ ਹੋਇਆ ਹੈ ਕਿ ਵਾਕਈ ਕਿਸੇ ਦਾ ਜਿਹੜਾ ਹੈ ਮੁਕਲਾਵਾ ਲੈ ਕੇ ਇਹ ਜਾ ਰਹੇ ਨੇ, ਰਾਤ ਲੁੱਟ ਲਵਾਂਗੇ ਇਹਨਾਂ ਨੂੰ।
ਤੇ ਹੁਣ ਕਵੀ ਰਾਜ ਜੀ ਕਹਿੰਦੇ ਤਾਂ ਕਿ ਨਕੇਤ ਰਹੇ ਪ੍ਰਭ ਜੀ ਮਿਲ ਬੰਚਕ ਆਵਤ ਪੈ ਸਮੁਦਾਏ। ਆਂਦੇ ਹੁਣ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਘਰ ਦੇ ਵਿੱਚ ਠਹਿਰੇ ਨੇ, ਤੇ ਜਦੋਂ ਠਹਿਰੇ ਨੇ ਤੇ ਇਹਨੇ ਕੀ ਕੀਤਾ, ਠੱਗ ਨੇ ਇਹਨੇ ਆਪਣੇ ਜਿਹੜੇ ਸੰਗੀ ਸਾਥੀ ਸੀ ਨਾ ਹੋਰ, ਜਿਨ੍ਹਾਂ ਦੇ ਨਾਲ ਮਿਲ ਕੇ ਇਹ ਠੱਗੀਆਂ ਕਰਦਾ ਸੀ। ਧਿਆਨ ਦੇਣਾ, ਇਹ ਪਿੰਡ ਜਿਹੜਾ ਹੈ ਠੱਗਾਂ ਦਾ ਹੈ, ਤੇ ਠੱਗੀ ਜਿਹੜੀ ਹੈ ਕੋਈ ਇਕੱਲੀ ਨਹੀਂ ਮਾਰਦਾ ਦੁਨੀਆ ਦੇ ਉੱਤੇ, ਰਲ ਕੇ ਜ਼ਿਆਦਾਤਰ ਠੱਗੀ ਜਿਹੜੀ ਹੈ ਉਹ ਵੱਜਦੀ ਹੈ। ਇਹਨਾਂ ਦਾ ਵੀ ਕੀਤਾ ਹੈ ਕਿ ਇੱਕ ਜਾਣਾ ਤੇ ਆਓ ਭਗਤ ਕਰਦਾ ਹੈ, ਬਾਅਦ ਚੋਂ ਦੂਜਿਆਂ ਨੂੰ ਵੀ ਲਾਗੇ ਜਿਹੜੇ ਬੁਲਾ ਲੈਂਦੇ ਨੇ, ਉਹਨਾਂ ਦੀ ਜਿਹੜੀ ਹੈ ਪੁੱਛ ਗਿੱਛ ਵਾਸਤੇ ਆਦਤ। ਇਹ ਆਪ ਤਾਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਮਿੱਠੀਆਂ ਪੋਚੀਆਂ ਗੱਲਾਂ ਕਰਦਾ ਹੈ, ਸਾਹਿਬ ਜੀ ਬੈਠ ਕੇ ਇਹਦੇ ਘਰ, ਤੇ ਹੁਣ ਹੋਰ ਵੀ ਜਿਹੜੇ ਇਹਦੇ ਸੰਗੀ ਸਾਥੀ ਸੀ ਪਿੰਡ ਦੇ ਨਿਵਾਸੀ, ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਹਨ ਜੀ। ਆਮ ਹੋ ਤੋ ਜੇ ਕੋ ਤਬ ਹੀ ਸਭ ਹੀ ਬਟ ਪਾਰ ਸੁਨੀਨ ਬੁਲਾਈ। ਤੇ ਗੁਰੂ ਨਾਨਕ ਜੀ ਨੂੰ ਉੱਥੇ ਬਿਠਾ ਕਰਕੇ ਆਪਣੇ ਘਰ ਦੇ ਵਿੱਚ, ਤੇ ਸਾਰੇ ਸੰਗੀ ਜਿਹੜੇ ਠੱਗ ਸਨ ਉਹਨਾਂ ਨੂੰ ਬੁਲਾ ਲਿਆ ਹੈ ਜੀ। ਜੋ ਤਿਲ ਲਾਰ ਬੜੀ ਇਹ ਕੇ ਧਨ ਹੈ ਬਹੁ ਪਾਸ ਚਲੋ ਕੇ ਥਾਈ। ਕਹਿਣ ਲੱਗੇ ਆਪਸ ਦੇ ਵਿੱਚ ਹੁਣ ਗੱਲਾਂ ਕਰਦੇ ਨੇ, ਆਂਦੇ ਇਹਨਾਂ ਦਾ ਮਸਤਕ ਜਿਹੜਾ ਹੈ ਬੜਾ ਚਮਕਦਾ ਪਿਆ। ਇਹਨਾਂ ਦੇ ਸਾਥੀ ਜਿਹੜੇ ਨਾਲ ਆਏ ਨੇ ਉਹ ਤੇ ਆਭੂਸ਼ਣਾਂ ਦੇ ਨਾਲ ਲੱਥੇ ਪੱਥੇ ਪਏ ਨੇ, ਧਨ ਬਹੁਤ ਹੈ, ਇਹ ਲੱਗਦੇ ਨੇ ਬੜੇ ਅਮੀਰ ਆਦਮੀ ਨੇ। ਹੁਣ ਇਹ ਆਏ ਕਿੱਥੋਂ ਨੇ ਇਸ ਬਾਰੇ ਸਾਨੂੰ ਪਤਾ ਨਹੀਂ ਹੈ। ਲਿਓ ਸਭੇ ਨ ਦੁਰਾਵੇ ਸੋ ਹਮ ਪੋਰ ਪਾਈ ਤਨ ਲੇ ਬਟਾਈ। ਆਂਦੇ ਹੁਣ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ। ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਠੱਗ ਇੱਕ ਦੂਜੇ ਦੇ ਨਾਲ। ਪਾਤਸ਼ਾਹ ਜੀ ਬੈਠੇ ਹੋਏ ਨੇ ਕਕਸ਼ ਦੇ ਵਿੱਚ ਆਰਾਮ ਕਰ ਰਹੇ ਨੇ, ਦੂਜੇ ਪਾਸੇ ਇਹ ਵਿਉਂਤਬੰਦੀ ਜਿਹੜੀ ਨੇ ਉਹ ਤੈਅ ਕਰ ਰਹੇ ਨੇ। ਕਹਿਣ ਲੱਗੇ ਲਿਹੋ ਸਭੇ ਨ ਦੁਰਾਵੋ ਸੋ ਹਮ ਭੋਰ ਪਈ ਤਨ ਦੇਹ ਨ ਕਬਹੀ। ਆਪਾਂ ਇਹਨਾਂ ਨੂੰ ਹੁਣ ਛੱਡਾਂਗੇ ਨਹੀਂ, ਇਹਨਾਂ ਦੀ ਧਨ ਸੰਪਤੀ ਜਿਹੜੀ ਹੈ ਉਹ ਖੋਹ ਲਵਾਂਗੇ, ਬਸ ਸਵੇਰ ਹੋਣ ਦੀ ਦੇਰ ਹੈ, ਜਿਹੜਾ ਆਪਾਂ ਇਹਨਾਂ ਕੋ ਸਭ ਕੁਝ ਖੋਹ ਲਵਾਂਗੇ ਜੀ। ਜੋ ਕਹੇ ਜਾਤ ਪਏ ਆਪਣੇ ਕਰ ਬਾਸਰ ਤੇ ਰਜਣੀ ਹੋਏ ਆਈ। ਆਂਦੇ ਇਸ ਤਰ੍ਹਾਂ ਗੱਲਾਂ ਕਰਦਿਆਂ ਰਜਨੀ ਤੋਂ ਜਿਹੜੀ ਸੀ ਬਾਸ ਹੋ ਗਈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਜਿਹੜਾ ਬਾਸੁਰ ਤੋਂ ਰਜਨੀ ਹੋ ਗਈ, ਦਿਨ ਜਿਹੜਾ ਬਤੀਤ ਹੋ ਗਿਆ, ਸੂਰਜ ਢਲ ਗਿਆ, ਚੰਦਰਮਾ ਨਿਕਲ ਗਿਆ, ਤਾਰੇ ਆਪਣੀ ਮਿੱਠੀ ਮਿੱਠੀ ਲੋ ਜਿਹੜੀ ਨੇ ਉਹ ਬਖੇਰਨ ਬਹਿ ਗਏ, ਤੇ ਰਾਤ ਦਾ ਸਮਾਂ ਜਿਹੜਾ ਹੋ ਚੁੱਕਾ, ਭਾਵ ਰਾਤ ਜਿਹੜੀ ਹੁਣ ਪੈ ਗਈ ਸੀ ਜੀ। ਖਾਏ ਆਹਾਰ ਕੋ ਸੋਏ ਰਹੇ ਸਭ ਕਾਹੂ ਨ ਜਾਗਨ ਕੀ ਸੁਧ ਪਾਈ। ਮਾਲਕ ਦੀ ਕਲਾ ਵਰਤੀ। ਵਿਉਂਤਬੰਦੀ ਇਹਨਾਂ ਦੀ ਇਸ ਤਰ੍ਹਾਂ ਦੀ ਸੀ ਕਿ ਪਾਤਸ਼ਾਹ ਸੌ ਜਾਣਗੇ ਤੇ ਇਹਨਾਂ ਨੂੰ ਲੁੱਟ ਲਵਾਂਗੇ। ਪਰ ਹੋਇਆ ਕਿ ਆਂਦੇ ਖਾਏ ਆਹਾਰ ਕੋ ਸੋਏ ਰਹੇ ਸਭ, ਉਹਨਾਂ ਨੇ ਭੋਜਨ ਪਾਣੀ ਛਕਿਆ ਤੇ ਮਨ ਦੀ ਵਿਉਂਤ ਸੀ ਕਿ ਰਾਤ ਨੂੰ ਉੱਠ ਕੇ ਇਹਨਾਂ ਨੂੰ ਲੁੱਟ ਲਵਾਂਗੇ, ਮਾਰ ਦੇਵਾਂਗੇ, ਪਹਿਲਾਂ ਫਿਰ ਧਨ ਸੰਪਤਾ ਲੁੱਟ ਲਵਾਂਗੇ। ਕਹਿੰਦੇ ਆਹਾਰ ਖਾ ਕੇ ਜੋ ਹੀ ਸੁੱਤੇ ਨੇ ਨਾ, ਇਹਨਾਂ ਨੂੰ ਸੁੱਤਿਆਂ ਨੂੰ ਫਿਰ ਜਿਹੜੀ ਹੈ ਕੋਈ ਸੁੱਧ ਨਾ ਰਹੀ, ਤੇ ਇਹ ਜਾਗਣ ਦੀ ਥਾਂ ਸਾਰੀ ਰਾਤ ਜਿਹੜੇ ਨੇ ਸੁੱਤੇ ਰਹਿ ਗਏ ਹਨ ਜੀ। ਕरेरी प्रभु की करे बस नींद ने सैन करे सब रैन बताई। ਇਹ ਨੀਂਦ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਰੀ ਹੋਈ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨੀਂਦ ਵੀ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ, ਉਹਦੇ ਹੁਕਮ ਦੇ ਵਿੱਚ ਚੱਲਦੀ ਹੈ। ਇਸ ਤਰ੍ਹਾਂ ਜੋ ਇਹਨਾਂ ਨੇ ਵਿਉਂਤਬੰਦੀ ਬਣਾਈ ਗੁਰ ਕੀ ਸੰਗਤ ਜੀ, ਉਹ ਕਿਸ ਤਰ੍ਹਾਂ ਜਾਗ ਆ ਸਕਦੀ ਸੀ ਜਦੋਂ ਦੀਨ ਦੁਨੀਆ ਦੇ ਮਾਲਕ ਨੇ ਹੀ ਨੀਂਦ ਦੇ ਉੱਤੇ ਜਿਹੜਾ ਹੈ ਆਪਣਾ ਹੱਥ ਰੱਖਿਆ ਤੇ ਇਹਨਾਂ ਨੂੰ ਸੁਲਾ ਦੇ। ਕਹਿੰਦੇ ਨੀਂਦ ਵੀ ਪ੍ਰਭੂ ਦੀ ਪ੍ਰੇਰੀ ਹੋਈ, ਸੈਨ ਕਰੇ ਪ੍ਰਭ ਰੈਨ ਬਿਤਾਈ। ਸਾਰੀ ਰਾਤ ਜਿਹੜੀ ਹੈ ਇਹਨਾਂ ਨੇ ਸੌਂ ਕੇ ਬਿਤਾ ਦਿੱਤੀ ਹੈ ਜੀ। और पाई जब जाग्यो ना को तब ऐसे परे जिम हवे मूर्छा। ਜਦੋਂ ਹੁਣ ਸਵੇਰ ਹੋਈ, ਜਾਗਿਆ ਕੋਈ ਨਾ ਇਹਨਾਂ ਦੇ ਵਿੱਚੋਂ,
ਤੇ ਇਸ ਤਰ੍ਹਾਂ ਲੱਗਦਾ ਸੀ ਜਿਹੜੇ ਸੁੱਤੇ ਹੋਏ ਨੇ ਇਹਨਾਂ ਨੂੰ ਜਿਹੜੀ ਹੈ ਮੁਰਸ਼ਾਈ ਆ ਗਈ, ਭਾਵ ਇਹ ਬੇਹੋਸ਼ ਹੋਏ, ਸੁੱਧ ਬੁੱਧ ਭੁੱਲ ਕੇ ਸੁੱਤੇ ਪਏ ਹਨ ਜੀ। ਸੂਰ ਚੜੇ ਗਮਣੇ ਗੁਰ ਨਾਨਕ, ਸੋਵਤ ਸੋੜ ਚਲੇ ਤੇ ਥਾਈ। ਸੂਰ ਚੜੇ ਗਮਣੇ ਗੁਰ ਨਾਨਕ। ਆਂਦੇ ਜਦੋਂ ਹੁਣ ਸੂਰਜ ਚੜਿਆ ਤੇ ਇਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੇ ਛੱਡ ਕੇ ਅੱਗੇ ਤੁਰ ਪਏ ਹਨ ਜੀ। ਸੋਵਤ ਸੋੜ ਚਲੇ ਤੇ ਥਾਈ। ਇਹਨਾਂ ਨੂੰ ਛੱਡ ਕੇ ਮਹਾਰਾਜ ਅੱਗੇ ਤੁਰ ਪਏ ਹਨ ਜੀ। ਜਾਗਤ ਪਏ ਪਸਚਾਤ ਸਭੇ। ਆਂਦੇ ਫਿਰ ਜਦੋਂ ਏਦਾਂ ਦੀ ਜਾਗ ਖੁੱਲੀ ਤੇ ਇਹ ਦੇਖਦੇ ਹਨ ਜੀ। ਮਿਲ ਬਚਕ ਹੋਤ ਪਏ ਇੱਕ ਥਾਈ। ਤੇ ਦੂਜੇ ਪਾਸਿਓਂ ਦੂਜੇ ਵੀ ਜਿਹੜੇ ਠੱਗ ਸਨ, ਉਹ ਜਿਹੜਾ ਸਨਮੁਖ ਠੱਗ ਸੀ ਜਿਹਨੇ ਆਪਣੇ ਘਰ ਦੇ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਸੀ, ਇਹ ਸਾਰੇ ਇੱਕ ਥਾਂ ਇਕੱਠੇ ਹੋ ਗਏ ਹਨ ਜੀ। ਦਿਓ ਦਿਖਾਏ ਲਿਓ ਤਨ ਜੋ। ਦੂਜੇ ਠੱਗ ਇਸ ਠੱਗ ਨੂੰ ਕਹਿੰਦੇ ਨੇ ਭਲਿਆ ਲਿਆ, ਉਹ ਧਨ ਕਿੱਥੇ ਹੈ ਜਿਹੜਾ ਰਾਤੀ ਤੂੰ ਜਿਹੜਾ ਸੀ ਚੁਰਾਇਆ ਸੀ ਜੀ। ਬਹੁ ਜਾਚਤ ਹੈ ਤੁਮਰੇ ਟਿਕ ਪਾਈ। ਅਸੀਂ ਤੈਨੂੰ ਇਹ ਬੇਨਤੀ ਕਰਦੇ ਹਾਂ, ਤੂੰ ਸਾਨੂੰ ਜਿਹੜਾ ਉਹ ਧਨ ਵਾਪਸ ਕਰ ਦੇ, ਜਿਹੜਾ ਤੂੰ ਲੁੱਟਿਆ ਹੈ, ਸਾਡਾ ਹਿੱਸਾ ਜੋ ਬਣਦਾ ਹੈ ਸਾਨੂੰ ਦੇ ਦੇ ਭਈ। ਹੋ ਵੀ ਸਮਾਦ ਕਿਉ ਤੈਨ ਇਓ। ਤੇ ਉਹ ਜਿਹੜਾ ਠੱਗ ਸੀ ਨਾ, ਹੁਣ ਹੈਰਾਨ ਹੋ ਕੇ ਉਹਨਾਂ ਆਪਣੇ ਆਏ ਸਾਥੀਆਂ ਨੂੰ ਇਸ ਤਰ੍ਹਾਂ ਕਹਿਣ ਲੱਗਾ ਹੈ ਜੀ। ਮੋ ਨਾਹੇ ਰਹੀ ਰਜਨੀ ਸੁਦਕਾਈ। ਆਂਦੇ ਰਾਤ, ਰਜਨੀ ਕਹਿੰਦੇ ਨੇ ਰਾਤ ਨੂੰ, ਆਂਦੇ ਰਾਤ ਨੂੰ ਇਹ ਮੇਰੇ ਵੀਰੋ, ਮੇਰੇ ਭਰਾਵੋ, ਤੁਸੀਂ ਮੇਰੇ ਕੋਲ ਧਨ ਮੰਗਦੇ ਹੋ, ਤੁਸੀਂ ਮੇਰੇ ਕੋਲ ਜਵਾਹਰਾਤ ਮੰਗਦੇ ਹੋ, ਮੇਰੇ ਕੋਲ ਕਿੱਥੇ ਹੈ ਉਹ। ਜਦੋਂ ਮੈਂ ਰਾਤ ਲੰਗਰ ਪਾਣੀ ਛਕ ਕੇ ਉਹਨਾਂ ਨੂੰ ਵੀ ਛਕਾਇਆ ਜਿਹੜੇ ਆਏ ਸਨ, ਅਸੀਂ ਵੀ ਛਕਿਆ, ਤੁਸੀਂ ਆਪਣੇ ਘਰ ਨੂੰ ਚਲ ਗਏ, ਮੈਂ ਵੀ ਸੌਂ ਗਿਆ, ਤੇ ਰਾਤ ਤਾਂ ਮੈਨੂੰ ਕੋਈ ਸ਼ੁੱਧ ਹੀ ਨਾ ਹੋਈ, ਭਾਵ ਮੈਨੂੰ ਪਤਾ ਹੀ ਨਾ ਲੱਗਾ ਤੇ ਰਾਤ ਕਦੋਂ ਬੀਤ ਗਈ ਹੈ। ਸੋਨੇ ਮਾਨੇ ਤਾਹੇ ਕਿਹੋ। ਆਂਦੇ ਜਦੋਂ ਇਹਨੇ ਇਹ ਬਚਨ ਕਹੇ ਤੇ ਹੁਣ ਠੱਗ ਜਿਹੜਾ ਹੈ, ਠੱਗ ਦੇ ਉੱਤੇ ਕਿਤੇ ਵਿਸ਼ਵਾਸ ਕਰਦਾ ਹੈ। ਉਹ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਧੋਖਾ ਦੇ ਰਿਹਾ ਹੋਵੇ ਸਾਨੂੰ। ਉਹ ਇਹਨਾਂ ਦੇ ਆਪਸ ਦੇ ਵਿੱਚ ਇਸ ਤਰ੍ਹਾਂ ਜਿਹੜੀ ਹੈ ਬਹਿਸ ਵਸਾਈ ਜਿਹੜੀ ਹੈ ਸ਼ੁਰੂ ਹੋ ਗਈ, ਪਰ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੈ ਜੀ। ਝਗੜੇ ਬਉਗਾਰ ਕਦੇ ਲੜਾਈ। ਇਹ ਬਹਿਸ ਵਸਾਈ ਦੇ ਵਿੱਚ ਕੀ ਹੋਇਆ, ਹੁਣ ਇਹਨਾਂ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ, ਤੇ ਝਗੜਾ ਇੰਨਾ ਕਿ ਹੋ ਗਿਆ ਸ਼ੁਰੂ ਕਿ ਆਪਸ ਦੇ ਵਿੱਚ ਹੀ ਧਨ ਦੇ ਕਰਕੇ ਜਿਹੜੇ ਨੇ ਉਹ ਲੜਨ ਬਹਿ ਗਏ ਹਨ ਜੀ। ਹਾਥ ਲਗਾ ਬੁਤ ਤਨ ਤੋਕੋ। ਤੇ ਕਹਿਣ ਲੱਗੇ ਕਿ ਤੁਸੀਂ ਜਿਹੜਾ ਹੈ, ਤੇਰੇ ਹੱਥ ਬਹੁਤ ਧਨ ਲੱਗਾ ਹੈ, ਤੂੰ ਸਾਨੂੰ ਜਾਣ ਬੁੱਝ ਕੇ ਨਹੀਂ ਦਿੰਦਾ ਪਿਆ। ਲਾਲਚ ਧਾਰ ਕੇ ਨੀਨ ਸਪਾਈ। ਤੇਰੇ ਮਨ ਦੇ ਵਿੱਚ ਲਾਲਚ ਆ ਗਿਆ ਕਿ ਮੈਂ ਕੱਲਾ ਸਾਂਭ ਜਾਵਾਂ, ਇਸ ਕਰਕੇ ਉਸ ਧਨ ਨੂੰ ਤੂੰ ਛੁਪਾ ਲਿਆ ਹੈ ਜੀ। ਸੋਨੇ ਸੋਡੇ ਕੈਸੇ ਕਰੋ। ਆਂਦੇ ਆਪਾਂ ਜਿੱਦਾਂ ਮਰਜ਼ੀ ਕਰ, ਆਪਾਂ ਤੈਨੂੰ ਹੁਣ ਛੱਡਣਾ ਨਹੀਂ, ਤੂੰ ਸਾਡਾ ਹਿੱਸਾ ਬਣਦਾ ਦੇ ਦੇ ਭਾਈ। ਤੁਮ ਪਾਸ ਹਮਾਰੇ ਤੇ ਲੇਤ ਸਦਾਈ। ਦੇਖ, ਜਦੋਂ ਅਸੀਂ ਠੱਗੀਆਂ ਕਰਦੇ ਸਾਂ, ਜਦੋਂ ਅਸੀਂ ਕਿਸੇ ਨੂੰ ਠੱਗਦੇ ਸਾਂ ਤਾਂ ਤੇਰਾ ਹਿੱਸਾ ਜਿਹੜਾ ਸੀ ਉਹ ਸਭ ਤੋਂ ਪਹਿਲਾਂ ਕੱਢ ਕੇ ਤੈਨੂੰ ਦਿੰਦੇ ਸਾਂ, ਤੇ ਅੱਜ ਤੂੰ ਜਿਹੜਾ ਹੈ ਇੰਨਾ ਅਮੀਰ ਆਦਮੀ ਆਇਆ ਤੇਰੇ ਘਰ ਦੇ ਵਿੱਚ, ਤੇਰੇ ਸਾਹਮਣੇ ਆਪਾਂ ਇੱਥੋਂ ਗਏ ਆ ਰਾਤ ਦਾ ਪ੍ਰਸ਼ਾਦਾ ਪਾਣੀ ਛਕ ਕੇ, ਹੁਣ ਸਵੇਰ ਹੋ ਗਈ ਤੇ ਤੂੰ ਕਹਿੰਦਾ ਮੇਰੇ ਕੋਲ ਧਨ ਹੀ ਹੰਨੀ ਹੈ। ਤੂੰ ਸਾਡੇ ਨਾਲ ਝੂਠ ਬੋਲਦਾ ਹੈ। ਜਦੋਂ ਤੇ ਆਪਾਂ ਠੱਗੀਆਂ ਮਾਰੀਏ ਉਦੋਂ ਤੇ ਆਪਣਾ ਹਿੱਸਾ ਜਿਹੜਾ ਉਸੇ ਵੇਲੇ ਲੈ ਲੈਂਦਾ ਹੈ। ਅੱਜ ਹੁਣ ਤੂੰ ਠੱਗੀ ਕੀਤੀ ਹੈ ਤੇ ਸਾਡਾ ਹਿੱਸਾ ਜਿਹੜਾ ਦਿੰਦਾ ਨਹੀਂ ਪਿਆ, ਤੂੰ ਜਿਹੜਾ ਹੈ ਸਾਡੇ ਕੋਲ ਚੋਰੀ ਕਿਤੇ ਧਨ ਉਹ ਲੁਕਾ ਲਿਆ ਹੈ ਜੀ। ਕਿਉਂ ਅਬ ਤੂੰ ਸਿਨ ਬੈਠ ਰਹਾ। ਆਂਦੇ ਉਦੋਂ ਫਿਰ ਜਿਹੜਾ ਹੈ ਇਹਨਾਂ ਨੇ ਇਹ ਵੀ ਬਚਨ ਕਹੇ, ਕਹਿਣ ਲੱਗੇ ਹੁਣ ਤੂੰ ਚੁੱਪ ਕਰਕੇ ਕਿਉਂ ਬੈਠਾ ਹੈ, ਬੋਲਦਾ ਕਿਉਂ ਨਹੀਂ, ਸਾਡੀ ਗੱਲ ਦਾ ਜਵਾਬ ਦੇ। ਸਭ ਕਾਢ ਨਕੇਤ ਤੇ ਦਿਹੋ ਦੇਖਾ। ਆਪਣੇ ਘਰ ਚੋਂ ਜਿੱਥੇ ਉਹ ਧਨ ਛੁਪਾਇਆ ਹੈ ਨਾ, ਭਲਿਆ ਚੰਗੀ ਚਾਹੁੰਦਾ ਹੈ, ਤੇ ਉਹਨੂੰ ਕੱਢ ਕੇ ਬਾਹਰ ਸਾਡੇ ਸਨਮੁਖ ਰੱਖ ਦੇ। ਆਨ ਕਰੀ ਨਿਜ ਪੀਰਨ ਕੀ ਤਿਨ।
ਹੁਣ ਜਦੋਂ ਇੰਨੀ ਬਹਿਸ ਵਸਾਈ ਝਗੜੇ ਤੱਕ ਪੁੱਜ ਗਈ ਨਾ, ਤੇ ਹੁਣ ਠੱਗ ਜਿਹੜਾ ਨਾ ਆਪਣੇ ਠੱਗਾ ਦੂਸਰੇ ਭਾਈਆਂ ਨੂੰ ਕਹਿੰਦਾ ਹੈ, ਭਲਿਓ ਤੁਹਾਨੂੰ ਯਕੀਨ ਨਹੀਂ ਆਉਂਦਾ ਮੇਰੇ ਤੇ, ਮੈਂ ਤੁਹਾਡੇ ਨਾਲ ਨਿਤਾ ਪ੍ਰਤੀ ਜਿਹੜਾ ਹੈ ਉਹ ਕੰਮ ਕਰਦਾ ਹਾਂ, ਤੁਹਾਨੂੰ ਪਰ ਮੇਰੇ ਤੇ ਉੱਤੇ ਯਕੀਨ ਹੀ ਹੈ ਨਹੀਂ। ਹੁਣ ਮੈਂ ਇਸ ਤਰ੍ਹਾਂ ਕਰਦਾ ਹਾਂ, ਮੈਂ ਆਪਣੇ ਇਸ਼ਟ ਦੀ, ਮੈਂ ਆਪਣੇ ਰੱਬ ਦੀ, ਜਿਹਨੂੰ ਆਪਾਂ ਧਿਆ ਕੇ ਠੱਗੀ ਕਰਨ ਜਾਂਦੇ ਹਾਂ ਜਾਂ ਠੱਗੀਆਂ ਕਰਦੇ ਹਾਂ, ਉਹਨਾਂ ਪੀਰਾਂ ਪਿਕੰਬਰਾਂ ਦੀ ਜਿਹੜੀ ਹੈ ਮੈਂ ਸਹੁੰ ਚੁੱਕ ਸਕਦਾ। ਇਸ ਕਰਕੇ ਹੁਣ ਆਨ ਕਰੀ ਨਿਜ ਪੈਗੰਬਰ ਕੀ ਤਿਨ, ਆਂਦੇ ਉਹਦੇ ਪੀਰਾਂ ਦੀ ਜਿਹੜੀ ਹੈ ਸਹੁੰ ਚੱਕ ਲਈ ਹੈ ਜੀ। ਸਾਚ ਪਛਾਣਥ ਪੈ ਤਾਬਹੀ, ਹੁਣ ਜਦੋਂ ਪੀਰ ਦੀ ਸਹੁੰ ਚੱਕ ਲਈ ਕਿਸੇ ਨੂੰ ਮੰਨਦੇ ਹੋਣਗੇ, ਤੇ ਉਦੋਂ ਕੀ ਹੋਇਆ, ਹੁਣ ਦੂਸਰੇ ਠੱਗ ਵੀ ਥੋੜ੍ਹੇ ਢਿੱਲੇ ਪੈ ਗਏ ਕਿ ਵਾਕਈ ਇਹ ਸਾਡਾ ਜਿਹੜਾ ਭਰਾਤਾ ਹੈ ਇਹ ਸੱਚ ਹੀ ਬੋਲਦਾ ਪਿਆ ਹੈ, ਕਿ ਸਾਨੂੰ ਜਿਹੜਾ ਹੈ ਉਹ ਧਨ ਇਹਨੇ ਨਹੀਂ ਲੁਕਾਇਆ, ਇਹਨੂੰ ਆਪ ਹੀ ਕਿਤੇ ਸੁੱਤਾ ਰਹਿ ਗਿਆ ਹੈ ਜੀ। ਕੌਣ ਸੇ ਪੰਥ ਗਏ ਉੱਠ ਤਰਨ, ਫਿਰ ਉਹਨੂੰ ਪੁੱਛਦੇ ਨੇ, ਤੈਨੂੰ ਰਾਤ ਵਾਕਈ ਯਾਦ ਨਹੀਂ ਆਈ, ਤੈਨੂੰ ਰਾਤੀ ਮਾਸਾ ਦੀ ਨਹੀਂ ਸ਼ੁੱਧ ਬੁੱਧ ਨਹੀਂ ਰਹੀ, ਤੂੰ ਦੱਸ ਉਹ ਜਿਹੜਾ ਆਇਆ ਸੀ ਤੇਰੇ ਘਰ ਦੇ ਵਿੱਚ ਬੜਾ ਠਾਠ ਬਾਠ ਬਣਾ ਕਰਕੇ, ਜਿਹੜੀ ਧਨ ਸੰਪਤ ਦਾ ਬਹੁਤ ਸੀ ਉਹਦੇ ਕੋਲੋਂ, ਦੱਸ ਉਹ ਕਿਹੜੇ ਪੰਥ ਭਾਵ ਕਿਹੜੇ ਰਸਤੇ ਅੱਗੇ ਤੁਰੇ ਗਏ ਹਨ ਜੀ। ਜੋ ਮਿਲ ਸੋਚ ਕਰਿ ਸਾਬਹੀ, ਇਸ ਤਰ੍ਹਾਂ ਆਪਸ ਦੇ ਵਿੱਚ ਸਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਜੀ। ਗ੍ਰਾਮ ਕੀ ਚਾਰ ਦਿਸ਼ਾ ਅਬ ਲੋਕ ਕੇ, ਉਹਨਾਂ ਨੇ ਉਸ ਨਗਰ ਦੀਆਂ ਚਾਰੋਂ ਦਿਸ਼ਾਵਾਂ ਵੱਲ ਜਿਹੜਾ ਹੈ ਦੇਖਣਾ ਕੀਤਾ, ਭਾਵ ਸਾਰੇ ਪਿੰਡ ਦਾ ਚੱਕਰ ਲਗਾਇਆ ਕਿ ਉਹ ਜਿਹੜਾ ਰਾਤੀ ਸਾਡੇ ਘਰਾਂ ਦੇ ਵਿੱਚ ਆ ਕੇ ਰਹਿ ਗਿਆ, ਪ੍ਰਸ਼ਾਦਾ ਪਾਣੀ ਵੀ ਛਕਾਇਆ, ਉਹਦੀ ਆਓ ਭਗਤ ਵੀ ਕੀਤੀ, ਮੁੱਠੀ ਚਾਤੀ ਵੀ ਕੀਤੀ, ਪਰ ਰਾਤ ਉਹਨੇ ਸਾਨੂੰ ਪਤਾ ਨਹੀਂ ਕੀ ਖਵਾ ਦਿੱਤਾ। ਐਸੀ ਗਫਲਤ ਦੀ ਨੀਂਦ ਦੇ ਵਿੱਚ ਸੁੱਤੇ ਕਿ ਸਵੇਰੇ ਹੁੰਦਿਆਂ ਹੀ ਜਿਹੜਾ ਹੈ ਉਹ ਇੱਥੋਂ ਨਿਕਲ ਗਿਆ, ਕਿੱਧਰ ਨੂੰ ਗਿਆ, ਉਹਦੀ ਆਪਾਂ ਭਾਲ ਕਰੀਏ, ਉਹਨੂੰ ਆਪਾਂ ਲੱਭਣਾ ਕਰੀਏ ਜੀ। ਪੈਰ ਕ ਖੋਜ ਪੀ ਖੋਜਬਹੀ, ਫਿਰ ਕੀ ਹੋਇਆ, ਅਚਨਚੇਤ ਪੈਰਾਂ ਦੇ ਨਿਸ਼ਾਨ ਧਰਤੀ ਦੇ ਉੱਤੇ ਜਿਹੜੇ ਨੇ ਨਾ ਉਹ ਪਏ ਹੋਏ ਇਹਨਾਂ ਨੂੰ ਦਿਖੇ ਹਨ ਜੀ। ਮਾਨਵ ਜਵਾਨ ਚਲੇ ਤਬ ਚਾਰ, ਉਹਨਾਂ ਠੱਗਾਂ ਦੇ ਵਿੱਚੋਂ ਜਿਹੜੇ ਚਾਰ ਬੜੇ ਪਰਤੀਲੇ ਤੇ ਬੜੇ ਉੱਚੇ ਲੰਬੇ ਭਾਵ ਜਵਾਨ ਮਨੁੱਖ ਸਨ ਜੀ। ਕਹੇ ਕਿ ਗਏ ਹਮ ਜਾਬਹੀ, ਕਹਿਣ ਲੱਗੇ ਹੁਣ ਅਸੀਂ ਇਹਨਾਂ ਪੈਰਾਂ ਦੀ ਨਿਸ਼ਾਨਦੇਹੀ ਕਰਕੇ ਮਗਰ ਮਗਰ ਤੁਰਦੇ ਹਾਂ ਤੇ ਉਹਨਾਂ ਨੂੰ ਪਕੜਦੇ ਹਾਂ ਜਾ ਕੇ। ਪੰਚਵੇਂ ਕੋਸ ਮੈਂ ਜਾਏ ਮਿਲੇ, ਅਤੇ ਜਦੋਂ 5 ਕੋਸ ਪੈਂਡਾ ਇਹਨਾਂ ਨੇ ਤੈਅ ਕਰ ਲਿਆ ਹੈ ਜੀ। ਇੱਕ ਬਚਕ ਊਸ ਸੁਵਾਕ ਤੇ ਉਹਨਾਂ ਅਲਾਇਓ, ਚਾਰਾਂ ਦੇ ਵਿੱਚੋਂ ਇੱਕ ਠੱਗ ਨੇ ਬੜੀ ਉੱਚੀ ਆਵਾਜ਼ ਦਿੱਤੀ ਹੈ, ਜਾਹੋ ਕਹਾਂ ਅਬ ਠਾੜ ਰਹੋ। ਕੀ ਦੇਖਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਇਹਨਾਂ ਦੇ ਸਨਮੁਖ ਹਨ, ਤੇ ਉਹਨਾਂ ਵੱਲ ਦੇਖ ਕੇ ਉੱਚੀ ਆਵਾਜ਼ ਦਿੰਦਾ ਹੈ, ਜਾਹੋ ਕਹਾਂ ਅਬ ਠਾੜ ਰਹੋ। ਉਹ ਕਿੱਥੇ ਜਾਂਦੇ ਹੋ ਤੁਸੀਂ, ਹੁਣ ਇੱਥੇ ਰੁਕ ਜਾਓ, ਅਸੀਂ ਤੁਹਾਡੇ ਮਗਰ ਆ ਗਏ ਹਾਂ ਜੀ। ਨਿਸਚੇ ਕਰ ਮੇਰੋ ਚਰਾ ਕੇ ਲਜਾਇਓ, ਸਾਨੂੰ ਪਤਾ ਹੈ, ਆਪਾਂ ਨਿਸ਼ਚੇ ਦੇ ਨਾਲ ਯਕੀਨ ਦੇ ਨਾਲ ਕਹਿੰਦੇ ਹਾਂ ਤੁਸੀਂ ਸਾਡਾ ਘਰ ਵੀ ਜਿਹੜਾ ਹੈ ਉਹ ਲੁੱਟ ਲਿਆਂਦਾ ਹੈ ਜੀ। ਮਾਰਹਿੰਗ ਨ ਜੀਵਤ ਸੋਡੇ ਹੈ, ਹੁਣ ਅਸੀਂ ਤੁਹਾਨੂੰ ਮਾਰ ਦੇਵਾਂਗੇ, ਤੁਹਾਨੂੰ ਜਿੰਦਿਆਂ ਨਹੀਂ ਛੱਡਾਂਗੇ। ਦਿਓ ਸਬੇ ਤਨ ਜਿਤੋ ਚੁਰਾਇਓ, ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਨੇ, ਇਸ ਕਰਕੇ ਹੈ ਦਰਵੇਸ਼ ਪੁਰਸ਼, ਤੂੰ ਲੱਗਦਾ ਤੇ ਰੱਬੀ ਬੰਦਾ, ਪਰ ਤੂੰ ਸਾਨੂੰ ਧੋਖਾ ਦੇ ਕੇ ਆਇਆ ਸਾਡੇ ਘਰ ਰਾਤ। ਤੂੰ ਸਾਰਾ ਧਨ ਆਪਣਾ ਵੀ ਲੈ ਆਂਦਾ ਤੇ ਸਾਡਾ ਵੀ ਸਾਨੂੰ ਜਿਹੜਾ ਲੱਗਦਾ ਚੁਰਾ ਕੇ ਲੈ ਆਂਦਾ। ਹੁਣ ਤੈਨੂੰ ਛੱਡਾਂਗੇ ਨਹੀਂ, ਹੁਣ ਤੈਨੂੰ ਅਸੀਂ ਮਾਰ ਦੇਵਾਂਗੇ, ਨਹੀਂ ਤਾਂ ਸਾਨੂੰ ਜਿਹੜਾ ਹੈ ਸਾਡਾ ਧਨ ਜਿਹੜਾ ਹੈ ਉਹ ਵਾਪਸ ਕਰ ਦੇ ਤੂੰ। ਸਿਰ ਗੁਰ ਹਾਕ ਸੁਣੀ ਜਬ ਸਰੋਨ ਮੈਂ, ਇਹ ਬਚਨ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੰਨਾਂ ਦੇ ਵਿੱਚ ਪੈਣੇ ਕਰਦੇ ਹਨ ਜੀ। ਠਾਡੇ ਰਹਿਨੇ ਪੈਰ ਉਠਾਇਓ, ਧੰਨ ਗੁਰੂ
ਨਾਨਕ ਸਾਹਿਬ ਜੀ ਦੀਨ ਦੁਨੀਆ ਦੀ ਕਲਿਆਣਤਾ ਕਰ, ਜੋ ਇਸ ਨਗਰ ਦਾ ਸੁਧਾਰ ਕਰਨ ਵਾਸਤੇ, ਇਹਨਾਂ ਠੱਗਾਂ ਦੀ ਬਿਰਤੀ ਨੂੰ ਮੋੜਨ ਵਾਸਤੇ, ਇਹਨਾਂ ਦੀ ਕਲਿਆਣਤਾ ਕਰਨ ਵਾਸਤੇ ਆਏ ਸਨ। ਆਂਦੇ ਉਦੋਂ ਉਹ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਨਾ ਤੁਰੇ, ਉਸੇ ਅਸਥਾਨ ਤੇ ਰੁਕ ਗਏ ਹਨ ਜੀ। ਗੁਰ ਬੂਝਣ ਕੀਨ ਕਹਿਓ ਤੁਮ ਕਹਾ। ਗੁਰੂ ਜੀ ਨੇ ਇਹਨਾਂ ਨੂੰ ਪੁੱਛਿਆ, ਹੁਣ ਤੁਸੀਂ ਕੀ ਕਹਿੰਦੇ ਪਏ ਹੋ? ਤੁਹਾਡੇ ਬਚਨ ਕਿਹੜੇ ਹਨ? ਤੁਸੀਂ ਸਾਡੇ ਕੋਲੋਂ ਕੀ ਪੁੱਛਦੇ ਹੋ? ਇੱਕ ਬਚਕ ਆਏ ਕੇ ਬਾਨੀ ਅਲਾਈ। ਉਹਨਾਂ ਵਿੱਚੋਂ ਇੱਕ ਠੱਗ ਨੇ ਉੱਚੀ ਪੁਕਾਰ ਕੇ ਇਸ ਤਰ੍ਹਾਂ ਕਿਹਾ, ਫਿਰ ਸਗਰੋ ਤਨ ਦੇਹੋ ਅਬੇ ਨਿਜ ਪਾਸ ਤੇ। ਤੁਹਾਡੇ ਪਾਸ ਜਿਹੜਾ ਧਨ ਹੈ, ਜਿਹੜਾ ਤੁਸੀਂ ਚੁਰਾ ਕੇ ਲਿਆਏ ਹੋ, ਸਾਡਾ ਵੀ ਆਪਣਾ ਵੀ, ਉਹ ਸਾਰਾ ਧਨ ਜਿਹੜਾ ਹੈ ਸਾਨੂੰ ਦੇ ਦਵੋ ਜੀ। ਮਾਰਹਿੰਗੇ ਤੁਮ ਕੋ ਏ ਥਾਈ। ਓਏ ਬੰਦਿਓ ਮੇਰੀ ਗੱਲ ਸੁਣੋ, ਇੱਕ ਠੱਗ ਵਿੱਚੋਂ ਬੋਲਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖੋ ਕਿੱਦਾਂ ਦੇ ਬਚਨ ਜਿਹੜੇ ਨੇ ਬੋਲ ਰਹੇ ਨੇ। ਕਹਿਣ ਲੱਗੇ ਤੁਹਾਨੂੰ ਅਸੀਂ ਮਾਰ ਦੇਵਾਂਗੇ, ਇਸੇ ਥਾਂ ਦੇ ਉੱਤੇ ਤੁਹਾਨੂੰ ਹੁਣ ਮਾਰ ਦੇਵਾਂਗੇ। ਸਾਲਕੋ ਕਰਕੇ ਰਜਣੀ ਤੇ ਬਚਿਓ। ਤੁਸੀਂ ਰਾਤ ਸਾਡੇ ਨਾਲ ਛਲ ਕੀਤਾ, ਰਜਨੀ ਰਾਤ, ਰਜਨੀ ਨੂੰ ਤੁਸੀਂ ਸਾਡੇ ਨਾਲ ਛਲ ਕਰਕੇ ਬਚ ਕਰਕੇ ਸਾਡੇ ਹੱਥੋਂ ਨਿਕਲ ਆਏ ਤੇ ਇੱਧਰ ਨੂੰ ਹੋ ਤੁਰੇ ਹੋ। ਅਬ ਸਾਹਬਤ ਛੋੜ ਕੇ ਤੋਹ ਨਾ ਜਾਈ। ਤੁਹਾਨੂੰ ਸਾਬਤ ਛੱਡ ਕੇ ਇੱਥੇ ਨਹੀਂ ਜਾਵਾਂਗੇ, ਤੁਹਾਨੂੰ ਅਸੀਂ ਜ਼ਰੂਰ ਮਾਰ ਮੁਕਾਵਾਂਗੇ ਜੀ। ਹਮਰੀ ਇਹ ਰੀਤ ਸਦੀਪ ਆਹੇ। ਸਾਡੀ ਇਹ ਰੀਤੀ ਭਾਵ ਸਾਡਾ ਇਹ ਨਿਤ ਦਾ ਕਰਮ ਹੈ, ਜਿਹੜਾ ਸਾਡੇ ਕੋਲ ਆਉਂਦਾ ਹੈ ਇਸ ਨਗਰ ਦੇ ਵਿੱਚ, ਅਸੀਂ ਉਹਨੂੰ ਤਾਂ ਪਹਿਲਾਂ ਆਓ ਭਗਤ ਕਰਦੇ ਹਾਂ, ਫਿਰ ਰਾਤ ਨੂੰ ਕੁਝ ਖਵਾ ਪਿਆ ਕੇ ਸਵੇਰ ਹੋਣ ਤੋਂ ਪਹਿਲਾਂ ਉਹਨਾਂ ਨੂੰ ਮਾਰ ਕੇ ਲੁੱਟ ਲੈਂਦੇ ਸਾਂ ਜੀ। ਮਨ ਪੂਰਨ ਪਾਸੇ ਤੋਂ ਲੈ ਵਥ ਕਾਈ। ਪਹਿਲਾਂ ਅਸੀਂ ਉਹਨਾਂ ਨੂੰ ਮਾਰਦੇ ਸਾਂ, ਫਿਰ ਅਸੀਂ ਲੁੱਟਦੇ ਸਾਂ ਜੀ। ਜੇ ਤੁਮ ਮਾਰਨ ਆਏ ਹਮੇ। ਇਸ ਕਰਕੇ ਅਸੀਂ ਤਾਂ ਤੁਹਾਨੂੰ ਮਾਰਨ ਆਏ ਸਾਂ, ਪਰ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇਹਨਾਂ ਨੂੰ ਅੱਗੋਂ ਸੰਬੋਧਨ ਹੋ ਰਹੇ ਨੇ। ਕਹਿਣ ਲੱਗੇ ਭਲਿਓ ਸਾਡੀ ਇੱਕ ਗੱਲ ਸੁਣੋ। ਕਹਿਣ ਲੱਗੇ ਬੋਲੋ। ਕਹਿੰਦੇ ਜੇ ਤੁਮ ਮਾਰਨ ਆਏ ਹਮੇ, ਜੇ ਤੁਸੀਂ ਸਾਨੂੰ ਹੁਣ ਮਾਰਨ ਆ ਹੀ ਗਏ ਹੋ। ਏਕ ਵਾਕ ਸੁਨੋ ਸੋ ਕਰੋ ਮਨ ਲਾਈ। ਸਾਡੀ ਇੱਕ ਬੇਨਤੀ ਵਾਕ, ਸਾਡੀ ਇੱਕ ਬੇਨਤੀ ਜਿਹੜੀ ਹੈ ਉਹ ਸੁਣੋ, ਤੇ ਉਸ ਬੇਨਤੀ ਨੂੰ ਜਿਹੜਾ ਹੈ ਉਸ ਵਾਕ ਨੂੰ ਤੁਸੀਂ ਮੰਨ ਲਓ। ਹੇ ਦੋਨ ਕੋ ਤਨ ਜਾਨੋ ਹਮਾਰ। ਇਹ ਸਰੀਰ ਜਿਹੜਾ ਹੈ ਬਿਨਸਨਹਾਰ ਹੈ, ਤੁਸੀਂ ਇਸ ਤਰ੍ਹਾਂ ਇਸ ਨੂੰ ਜਿਹੜਾ ਹੈ ਜਾਣਨਾ ਕਰੋ। ਭਾਵ ਇਸ ਸਰੀਰ ਨੇ ਸੰਸਾਰ ਦੇ ਉੱਤੇ ਕਦੇ ਵੀ ਸਥਿਰ ਨਹੀਂ ਰਹਿਣਾ। ਇਹ ਸਰੀਰ ਜਿਹੜਾ ਹੈ ਇੱਕ ਦਿਨ ਜਿਹੜਾ ਹੈ ਸੰਸਾਰ ਤੋਂ ਕੂਚ ਕਰ ਜਾਵੇਗਾ। ਜੇ ਮਾਰੋ ਐਸੇ ਨਾ ਗੇਰ ਕੇ ਜਾਈ। ਆਪਾਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ, ਜੇ ਤੁਸੀਂ ਸਾਨੂੰ ਹੁਣ ਮਾਰਨਾ ਹੈ ਮਾਰ ਲਓ, ਬੇਸ਼ੱਕ ਤੁਸੀਂ ਸਾਨੂੰ ਖਤਮ ਕਰ ਦਿਓ, ਪਰ ਸਾਡੇ ਸਰੀਰਾਂ ਨੂੰ ਜਿਹੜਾ ਹੈ ਨਾ ਇੱਥੇ ਇਸ ਤਰ੍ਹਾਂ ਸੁੱਟ ਕੇ ਨਾ ਜਾਇਓ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਆਪ ਰੱਬ ਦਾ ਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਜੀਵਨ ਤੁਸੀਂ ਸੁਣ ਰਹੇ ਹੋ। ਗੁਰ ਕੀ ਸੰਗਤ ਕਿੰਨੀ ਨਿਮਰਤਾ ਹੈ, ਕਿਤਨਾ ਅੰਦਰ ਪਿਆਰ ਹੈ ਕਿ ਕੋਈ ਕੁਰਾਹੇ ਪਿਆ ਹੋਇਆ ਉਹਨੂੰ ਜਿਹੜਾ ਚੰਗੇ ਮਾਰਗ ਤੇ ਲਾਉਣਾ ਹੈ, ਤੇ ਗੁਰੂ ਜਿਹੜਾ ਹੈ ਆਪ ਕਿੰਨਾ ਨਿਭ ਜਾਵੇਗਾ। ਇਸ ਦੀ ਸ਼ਾਦੀ ਜਿਹੜੀ ਹੈ ਇਹ ਪ੍ਰਸੰਗ ਕਰ ਰਿਹਾ ਹੈ। ਕਹਿਣ ਲੱਗੇ ਮਾਰਨਾ ਹੈ ਤੁਸੀਂ ਸਾਨੂੰ ਮਾਰ ਲਓ, ਪਰ ਸਾਡੇ ਸਰੀਰਾਂ ਨੂੰ ਜਿਹੜੀਆਂ ਲੋਥਾਂ ਹਨ, ਲਾਸ਼ਾਂ ਹਨ, ਉਹਨਾਂ ਨੂੰ ਇੱਥੇ ਬੇਜਾਨ ਸੁੱਟ ਕੇ ਨਾ ਜਾਇਓ। ਪਾਵਕ ਲੈ ਕਰਦਾ ਕਰੋ। ਸਾਨੂੰ ਕੀ ਕਰਨਾ, ਤੁਸੀਂ ਇਸ ਸਰੀਰ ਨੂੰ ਜਿਹੜਾ ਹੈ ਅਗਨ ਭੇਟਾ ਜਿਹੜਾ ਹੈ ਉਹ ਕਰ ਦੇਣਾ। ਪੁਨ ਜਾਵੋ ਤਾਂ ਮਨ ਕੋ ਤਨ ਪਾਈ। ਅਗਨ ਭੇਟਾ ਕਰਨ ਤੋਂ ਬਾਅਦ ਤੁਸੀਂ ਜਿਹੜਾ ਇਹ ਧਨ ਲੈ ਜਾਇਓ ਤੇ ਸੁਖੀ ਸਾਂਦੀ ਆਪਣੇ ਘਰਾਂ ਨੂੰ ਚਲੇ ਜਾਇਓ। ਭਾਜ ਸਕੇ ਤੁਮ ਤੇ ਹਮ ਨਾਹੀ। ਤੁਸੀਂ ਸਾਡੇ ਆਲੇ ਦੁਆਲੇ ਹੁਣ ਇਕੱਠੇ ਹੋਏ ਪਏ ਹੋ, ਤੁਹਾਡੇ ਹੱਥਾਂ ਦੇ ਵਿੱਚ ਸ਼ਸਤਰ ਵੀ ਹਨ, ਆਪਾਂ ਭੱਜ ਕੇ ਕਿੱਥੇ ਚਲਾ ਜਾਵਾਂਗੇ ਜੀ।
ਲੈ ਹਥਿਆਰ ਮਿਲੇ ਅਭਿਆਈ। ਤੁਸੀਂ ਬੜੇ ਬੜੇ ਵੱਡੇ ਹਥਿਆਰ ਹੱਥਾਂ 'ਚ ਪੜੇ ਨੇ, ਹੁਣ ਆਪਾਂ ਕਿੱਥੇ ਜਾਵਾਂਗੇ? ਦੋਹਰਾ ਗੁਰ ਕੋ ਦਰਸ ਬਲੋਕ ਕੇ ਬਚਨ ਸੁਣੇ ਜਬ ਕਾਨ। ਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਜਦੋਂ ਇਹਨਾਂ ਠੱਗਾਂ ਨੇ ਗੁਰ ਕੀ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣਨੇ ਕੀਤੇ ਹਨ ਜੀ। ਕੋ ਸਕਦਿਆ ਉਪਜੀ ਹਿਰਦੇ ਕਹੇ ਕੇ ਲਿਹੋ ਬਚਮਾਨ। ਹਿਰਦੇ ਦੇ ਵਿੱਚ ਹੁਣ ਦਇਆ ਉਪਜੀ ਹੈ। ਵੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਜੀਵਨ ਹੈ। ਉਹਨਾਂ ਦੇ ਦਰਸ਼ਨ ਕੀਤਿਆਂ ਹੀ ਕਈ ਜਿਹੜੇ ਸਨ ਉਹ ਮੁਕਤ ਹੋ ਜਾਂਦੇ ਸਨ। ਹੁਣ ਦਰਸ਼ਨ ਕਰਦਿਆਂ ਸਾਰੇ ਮਨ ਦੀ ਬਿਰਤੀ ਬਦਲ ਗਈ ਹੈ। ਕੁਝ ਹਿਰਦੇ ਦੇ ਵਿੱਚ ਦਇਆ ਉਪਜੀ ਹੈ। ਆਪਸ ਦੇ ਵਿੱਚ ਸਲਾਹ ਕਰਨ ਲੱਗੇ ਕਿ ਇਸਾਂ ਦੀ ਗੱਲ ਜਿਹੜੀ ਹੈ ਮੰਨ ਲਈਏ, ਧਨ ਤੇ ਸਾਡਾ ਹੀ ਹੈ, ਆਪਾਂ ਇਹਨਾਂ ਨੂੰ ਮਾਰ ਕੇ ਵੀ ਚੱਕ ਲੈਣਾ ਹੈ। ਤੇ ਜੇ ਹੁਣ ਇਹ ਕਹਿੰਦੇ ਪਏ ਨੇ ਕਿ ਇਸ ਸਰੀਰ ਨੂੰ ਅਗਨ ਭੇਟਾ ਕਰ ਦਿਓ ਤੇ ਬਾਅਦ ਚੋਂ ਜਿਹੜਾ ਹੈ ਲੈ ਕੇ ਜਾਇਓ, ਆਪਾਂ ਇਹਨਾਂ ਦੀ ਗੱਲ ਜਿਹੜੀ ਹੈ ਮੰਨ ਲੈਂਦੇ ਹਾਂ ਜੀ। ਚੌਪਾਈ ਤੁਮ ਕੋ ਦੇ ਦਾਹੋ ਕਹਿ ਪਾਤੀ। ਤੇ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਕਰਨਾ ਕਰੋ ਜੀ। ਅਗਨ ਸਮੀਪ ਨਾ ਕਹੂ ਦੇ ਛਾਤੀ। ਕਹਿਣ ਲੱਗੇ ਸਾਡੇ ਲਾਗੇ ਛਾਗੇ ਤਾਂ ਕੋਈ ਵੀ ਅੱਗ ਨਹੀਂ ਹੈ, ਆਪਾਂ ਹੁਣ ਅੱਗ ਕਿੱਥੋਂ ਪੈਦਾ ਕਰੀਏ? ਆਪਾਂ ਤੁਹਾਨੂੰ ਮਾਰਾਂਗੇ, ਬਾਅਦ ਚੋਂ ਸਰੀਰਾਂ ਨੂੰ ਜਿਹੜਾ ਹੈ ਅਗਨ ਭੇਟਾ ਕਿਸ ਤਰ੍ਹਾਂ ਕਰਾਂਗੇ ਜੀ। ਜੇ ਜੀਵਤ ਛੋੜੇ ਤੁਮ ਤਾਈ। ਜੇ ਅਸੀਂ ਹੁਣ ਤੁਹਾਨੂੰ ਜਿੰਦਿਆਂ ਛੱਡ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਵੇਗਾ ਜੀ। ਕਰੋ ਪੁਕਾਰ ਜਾਏ ਕੇ ਥਾਈ। ਮਨ ਦੇ ਅੰਦਰ ਇੱਕ ਡਰ ਹੈ। ਕਹਿਣ ਲੱਗੇ ਆਪਸ ਦੇ ਵਿੱਚ ਸੋਚਦੇ ਨੇ ਕਿ ਜੇ ਇਹਨਾਂ ਨੂੰ ਹੁਣ ਜਿੰਦਿਆਂ ਵਿੱਚ ਛੱਡ ਦਿੱਤਾ ਤੇ ਕਿਤੇ ਇਹ ਬਾਹਰ ਜਾ ਕੇ ਜਿਹੜਾ ਹੈ ਇਸ ਗੱਲ ਦਾ ਚਰਚਾ ਜਿਹੜਾ ਹੈ ਬਾਹਰ ਨਾ ਕਰਨ ਕਿ ਇਹ ਪਿੰਡ ਜਿਹੜਾ ਹੈ ਠੱਗਾਂ ਦਾ ਹੈ ਤੇ ਰਾਤ ਜਿਹੜਾ ਇਹਨਾਂ ਕੋ ਰੁਕਦਾ ਹੈ ਉਹਨਾਂ ਦੀ ਸੇਵਾ ਬੜੀ ਕਰਦੇ ਨੇ, ਪਰ ਰਾਤ ਸੇਵਾ ਕਰਦਿਆਂ ਖਾਣੇ ਦੇ ਵਿੱਚ ਕੁਝ ਮਿਲਾ ਦਿੰਦੇ ਨੇ, ਉਹ ਸੌ ਜਾਂਦੇ ਨੇ ਤੇ ਇਹਨਾਂ ਨੂੰ ਮਾਰ ਕੇ ਫਿਰ ਇਹਨਾਂ ਦਾ ਧਨ ਜਿਹੜਾ ਨੇ ਇਹ ਲੁੱਟ ਲੈਂਦੇ ਨੇ। ਸਾਡਾ ਢੰਡੋਰਾ ਜੇ ਬਾਹਰ ਪਿਟਿਆ ਗਿਆ, ਸਾਡੇ ਪਿੰਡ ਦੀ ਇਹ ਗੱਲ ਜਿਹੜੀ ਹੈ ਬਾਹਰ ਆ ਗਈ ਤੇ ਬੜਾ ਜਿਹੜਾ ਹੈ ਔਖਾ ਹੋ ਜਾਵੇਗਾ, ਬੜਾ ਜਿਹੜਾ ਹੈ ਤੁਹਾਡੀ ਜਿਹੜੀ ਹੈ ਕਹਿ ਲਈਏ ਕਿ ਉਹ ਬਦਨਾਮੀ ਹੋਵੇਗੀ ਜੀ। ਸੁਣ ਬੋਲੇ ਬੇਦੀ ਕੁਲ ਦੀਪਾ। ਜਦੋਂ ਇੰਨੇ ਬਚਨ ਕਹੇ ਇਹਨਾਂ ਨੇ ਤੇ ਬੇਦੀ ਕੁਲ ਦੇ ਦੀਪ, ਮਾਤਾ ਤ੍ਰਿਪਤਾ ਦੀ ਅੱਖ ਦੇ ਤਾਰੇ, ਮਹਿਤਾ ਕਲਿਆਣ ਦਾਸ ਜੀ ਦੇ ਸੁਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਫਰਮਾਉਣਾ ਕੀਤਾ ਹੈ ਜੀ। ਇਸ ਦੇਖ ਦੇਖੋ ਧੂਮ ਸਮੀਪਾ। ਕਹਿਣ ਲੱਗੇ ਤੁਹਾਨੂੰ ਅੱਗ ਚਾਹੀਦੀ ਹੈ, ਤੁਸੀਂ ਇਸ ਦਿਸ਼ਾ ਦੇ ਵੱਲ ਦੇਖਣਾ ਕਰੋ। ਇੱਕ ਰਾਹ ਵੱਲ ਜਿਹੜਾ ਹੈ ਇਸ਼ਾਰਾ ਕਰਦੇ ਨੇ ਹੱਥ ਦਾ। ਕਹਿਣ ਲੱਗੇ ਉਹ ਦੇਖੋ ਉਥੋਂ ਧੂਆਂ ਜਿਹੜਾ ਉੱਠਦਾ ਪਿਆ ਹੈ ਜੀ। ਹਮਰੇ ਜੀਵਤ ਅਗਨ ਅਨੀਜੇ। ਸਾਡੇ ਜਿੰਦਿਆਂ ਭਾਵ ਤੁਸੀਂ ਜਾਓ ਪਹਿਲਾਂ, ਅਸੀਂ ਜਿਹੜਾ ਹੈ ਇੱਥੇ ਖਲੋਤੇ ਹੋਏ ਹਾਂ, ਉਹ ਜਿੱਥੇ ਧੂਆਂ ਬਲਦਾ ਹੈ ਉੱਥੋਂ ਅੱਗ ਲੈ ਕੇ ਆਓ। ਮਾਰਨ ਬਹੌਰ ਕਸੋਟਨ ਕੀਜੇ। ਤੇ ਬਾਅਦ ਦੇ ਵਿੱਚ ਸਾਨੂੰ ਆ ਕੇ ਜਿਹੜਾ ਹੈ ਮਾਰ ਲੈਣਾ ਤੁਸੀਂ। ਦਵੇ ਜਾਓ ਲਿਆਵਨ ਕੇ ਤਾ। ਹੁਣ ਮਾਲਕ ਆਪ ਹੀ ਇਹਨਾਂ ਨੂੰ ਸਲਾਹ ਦੇ ਰਹੇ ਨੇ। ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਫਿਰ ਕਰੋ ਕਿਰਪਾ, ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇੱਕ ਬੰਦਾ ਮੌਤ ਦੇ ਕੰਢੇ ਤੇ ਖਲੋਤਾ ਹੋਵੇ ਤੇ ਉਹਨੂੰ ਬੰਦੇ ਨੂੰ ਕੋਈ ਇਹ ਕਹਿ ਰਿਹਾ ਹੋਵੇ ਕਿ ਤੈਨੂੰ ਮਾਰ ਦੇਣਾ, ਬਚੇਗਾ ਨਹੀਂ, ਤੇ ਅੱਗੋਂ ਉਹ ਤੇ ਬਚਨ ਦੇ ਉਪਾਅ ਲੱਭੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇਖੋ ਜਿਨ੍ਹਾਂ ਨੂੰ ਮਾਰਨ ਦੀਆਂ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹ ਕਹਿੰਦੇ ਮਰਨਾ ਕਬੂਲ ਹੈ ਸਾਨੂੰ, ਪਰ ਇਸ ਤਰੀਕੇ ਦੇ ਨਾਲ ਮਾਰੋ ਕਿ ਸਾਡੇ ਸਰੀਰਾਂ ਦੀ ਬੇਅਦਬੀ ਨਾ ਹੋਵੇ, ਇਹਨਾਂ ਨੂੰ ਅਗਨ ਭੇਟਾ ਕਰ ਦਿਓ। ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਇਹ ਹੈ ਪਾਵਨ ਪਵਿੱਤਰ ਜੀਵਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ। ਕਹਿਣ ਲੱਗੇ ਤੁਸੀਂ ਦੋ ਜਾਣੇ ਜਿਹੜੇ ਨੇ ਅੱਗ ਲੈਣ ਵਾਸਤੇ ਜਾਓ ਜੀ। ਦਮੇ ਡਿੱਗ ਬੈਠੋ ਹੋਏ ਸੁਚੇਤਾ। ਤੇ ਦੋ ਜਾਣੇ ਸਾਡੇ ਲਾਗੇ ਸੁਚੇਤ ਹੋ ਕਰਕੇ ਸਾਡੀ ਰਾਖੀ ਵੱਲ ਬੈਠ ਜਾਓ।
ਸ੍ਰੀ ਗੁਰ ਤਿਨ ਸੁਖ ਦੇਵਨ ਕਾਰਨ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਦੀ ਕਲਿਆਣਤਾ ਕਰਨ ਵਾਸਤੇ, ਇਹਨਾਂ ਨੂੰ ਸੁਖ ਦੇਣ ਵਾਸਤੇ ਇਹ ਸਾਰਾ ਪ੍ਰਪੰਚ, ਇਹ ਸਾਰੀ ਕਲਾ ਜਿਹੜੀ ਹੈ ਵਰਤਾ ਰਹੇ ਨੇ। ਕਿਸ ਤਰ੍ਹਾਂ ਇਹ ਅੱਗ ਨੂੰ ਲੈ ਕੇ ਆਉਂਦੇ ਨੇ, ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਮਾਰ ਦਿੰਦੇ ਹਨ, ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਆਪਣੀਆਂ ਭੁੱਲਾਂ ਬਖਸ਼ਾਉਂਦੇ ਨੇ। ਆਉਣ ਵਾਲੇ ਦੀਵਾਨਾਂ ਵਿੱਚ ਅਸੀਂ ਇਹ ਪ੍ਰਸੰਗ ਜਿਹੜੇ ਨੇ ਰੱਖਣ ਦਾ ਯਤਨ ਕਰਾਂਗੇ ਜੀ। ਹੋਈਆਂ ਭੁੱਲਾਂ ਝੋਲੀ ਵਿੱਚ ਪਾ ਦੇਣੀਆਂ, ਗੁਰ ਦੀ ਗੱਲ ਪੱਲੇ ਬਣ